Good morning everyone, this is Sandeep Kaur, your social science teacher, and today we are going to discuss about the parliament, what is structure, how does it work. ठीक है, फर्स्ट ऑफ ऑल वाई डू वी नीड अ पार्लीमेंट, कहते कि पार्लीमेंट क्यों चाहिए है। ठीक है, कहते सारे ਦੇ ਸਾਰੀਆਂ ਜਿੰਨੀਆਂ ਵੀ ਡੈਮੋਕ੍ਰੇਸੀਜ਼ ਨੇ ਵਰਲਡ ਦੇ ਵਿੱਚ ਉਹਨਾਂ ਵਿੱਚ ਇੱਕ ਅਸੈਂਬਲੀ ਹੁੰਦੀ ਹੈ, ਇਲੈਕਟਡ ਰਿਪਰੈਜ਼ੈਂਟੇਟਿਵਸ ਦੀ ਇੱਕ ਅਸੈਂਬਲੀ ਹੁੰਦੀ ਹੈ ਜਿਹੜੀ ਕਿ ਸੁਪਰੀਮ ਪੋਲੀਟੀਕਲ ਅਥਾਰਟੀ ਜਿਹੜੀ ਹੈ ਲੋਕਾਂ ਦੇ ਬਿਹਾਫ ਤੇ ਯੂਜ਼ ਕਰਦੀ ਹੈ। ਇੰਡੀਆ ਦੇ ਵਿੱਚ ਵੀ ਇਵੇਂ ਦੀ ਇੱਕ ਨੈਸ਼ਨਲ ਅਸੈਂਬਲੀ ਹੈ ਜਿਹਦੇ ਵਿੱਚ ਇਲੈਕਟਡ ਰਿਪਰੈਜ਼ੈਂਟੇਟਿਵਸ ਹੁੰਦੇ ਨੇ ਔਰ ਅਸੈਂਬਲੀ ਨੂੰ ਕੀ ਕਹਿੰਦੇ ਨੇ, ਪਾਰਲੀਮੈਂਟ। ਐਟ ਸਟੇਟ ਲੈਵਲ ਕਹਿੰਦੇ ਇਹਨੂੰ ਕੀ ਕਹਿੰਦੇ ਨੇ, ਲੈਜਿਸਲੇਚਰ ਔਰ ਲੈਜਿਸਲੇਟਿਵ ਅਸੈਂਬਲੀ। ਠੀਕ ਹੈ, ਸੈਂਟਰਲ ਲੈਵਲ ਤੇ ਕੀ ਹੁੰਦਾ ਹੈ, ਪਾਰਲੀਮੈਂਟ। ਔਰ ਉਸ ਤੋਂ ਬਾਅਦ ਜਿਹੜੀ ਹਰ ਇੱਕ ਸਟੇਟ ਹੈ, ਜਿਵੇਂ ਇੰਡੀਆ ਵਿੱਚ ਪ੍ਰੈਜ਼ੈਂਟਲੀ 28 ਸਟੇਟਸ ਨੇ। ਸੋ ਇੰਡੀਆ ਦੇ ਜਿਹੜੇ ਹਰ 28 ਸਟੇਟਸ ਨੇ ਉਹਨਾਂ ਵਿੱਚ ਹਰ ਇੱਕ ਦੇ ਵਿੱਚ ਕੀ ਹੈ, ਲੈਜਿਸਲੇਟਿਵ ਅਸੈਂਬਲੀ ਹੈ। ਠੀਕ ਹੈ, ਸੋ ਕਹਿੰਦੇ ਜਿਹੜਾ ਹੈਗਾ ਇਹ ਪਾਵਰਸ ਯੂਜ਼ ਕੀਤੀਆਂ ਜਾਂਦੀਆਂ ਨੇ ਉਹ ਇਹਨਾਂ ਦੋਨਾਂ ਦੁਆਰਾ ਕੀਤੀਆਂ ਜਾਂਦੀਆਂ। ਸਾਰੀ ਡਿਸੀਜ਼ਨ ਮੇਕਿੰਗ ਜਿਹੜੀ ਹੈ ਉਹ ਪਾਰਲੀਮੈਂਟ ਔਰ ਲੈਜਿਸਲੇਚਰ ਜਿਹੜਾ ਹੈ ਉਹ ਸਟੇਟ ਲੈਵਲ ਦੇ ਉੱਤੇ ਡਿਸੀਜ਼ਨ ਸਾਰੇ ਲੈਂਦਾ ਹੈ। ਠੀਕ ਹੈ, ਨੈਕਸਟ ਹੈ ਬੱਚੇ, ਕਹਿੰਦੇ ਪਾਰਲੀਮੈਂਟਸ ਜਿਹੜੇ ਨੇ ਉਹ ਸਾਰੇ ਦੇਸ਼ਾਂ ਵਿੱਚ ਹੀ ਨੇ, ਬਟ ਉਹਨਾਂ ਦੇ ਨਾਮ ਡਿਫਰੈਂਟ ਰੱਖੇ ਹੋਏ ਨੇ ਸਾਰਿਆਂ ਦੇਸ਼ਾਂ ਨੇ। ਔਰ ਅੱਜ ਕੱਲ੍ਹ ਜਿਹੜੀ ਜਿੰਨੀਆਂ ਵੀ ਡੈਮੋਕ੍ਰੇਟਿਕ ਗਵਰਨਮੈਂਟਸ ਨੇ ਉਹਨਾਂ ਵਿੱਚ ਹਰ ਇੱਕ ਦੇ ਵਿੱਚ ਜਿਹੜਾ ਪੋਲੀਟੀਕਲ ਅਥਾਰਟੀ ਜਿਹੜੀ ਹੈ ਉਹ ਲੋਕਾਂ ਦੇ ਨਾਂ ਦੇ ਉੱਤੇ ਕੌਣ ਯੂਜ਼ ਕਰਦਾ ਹੈ, ਉੱਥੋਂ ਦੀ ਜਿਹੜੀ ਐਵੇਂ ਦੀ ਅਸੈਂਬਲੀ ਹੈ। ਜਿਵੇਂ ਇੰਡੀਆ ਵਿੱਚ ਇਹਦਾ ਕੀ ਨਾਮ ਹੈ, ਪਾਰਲੀਮੈਂਟ ਔਰ ਸੰਸਦ। ਕਹਿੰਦੇ ਪਾਰਲੀਮੈਂਟ ਕੋਲ ਜਿਹੜੀ ਫਾਈਨਲ ਅਥਾਰਟੀ ਹੁੰਦੀ ਹੈ ਲਾਜ਼ ਬਣਾਉਣ ਦੇ ਲਈ, ਉਹ ਸਾਰੇ ਦੇਸ਼ ਦੇ ਲਈ ਲਾਅ ਬਣਾ ਸਕਦਾ ਹੈ। ਔਰ ਇਹ ਵਾਲਾ ਜਿਹੜਾ ਦਿਸ ਟਾਸਕ ਆਫ ਲਾਅ ਮੇਕਿੰਗ ਔਰ ਲੈਜਿਸਲੇਸ਼ਨ ਇਜ਼ ਸੋ ਕਰੂਸ਼ੀਅਲ that these assemblies are called legislatures। ਕਹਿੰਦੇ ਕਿ ਇਹ ਵਾਲਾ ਕੰਮ ਇੰਨਾ ਜ਼ਿਆਦਾ ਜ਼ਰੂਰੀ ਜਾਂ ਇੰਪੋਰਟੈਂਟ ਕੰਮ ਆ ਇਹਨਾਂ ਦਾ, ਇਸੇ ਲਈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਲੈਜਿਸਲੇਚਰਸ। ਠੀਕ ਹੈ, ਯਾਨੀ ਕਿ ਜੋ ਲੀਗਲ ਜਿਹੜੇ ਹੈਗੇ ਨੇ ਰੂਲਸ ਨੇ ਉਹਨਾਂ ਨੂੰ ਬਣਾਉਂਦੇ ਨੇ, ਕਾਨੂੰਨ ਬਣਾਉਂਦੇ ਨੇ। ਨੈਕਸਟ ਇਜ਼ ਦਾ ਪਾਰਲੀਮੈਂਟ। ਕਹਿੰਦੇ ਕਿ ਜਿਹੜਾ ਹੈਗਾ ਹੈ ਸਾਰੇ ਵਰਡਸ ਦੇ ਵਿੱਚ ਪਾਰਲੀਮੈਂਟਸ ਨੇ ਜਿਹੜੇ ਕਈ ਪੁਰਾਣੇ ਲਾਜ਼ ਹੁੰਦੇ ਨੇ ਉਹਨਾਂ ਨੂੰ ਖਤਮ ਕਰਕੇ ਕਈ ਨਵੇਂ ਲਾਜ਼ ਬਣਾਉਂਦੇ ਰਹਿੰਦੇ ਨੇ। ਠੀਕ ਹੈ, ਤਾਂ ਕਿ ਦੇਸ਼ ਦੇ ਵਿੱਚ ਜਿਹੜਾ ਹੈ ਉਹ ਟਾਈਮ ਦੇ ਅਕੋਰਡਿੰਗ ਚੱਲਿਆ ਜਾ ਸਕੇ। ਨੈਕਸਟ ਪੁਆਇੰਟ ਹੈ, ਸੈਕਿੰਡ ਪੁਆਇੰਟ, ਪਾਰਲੀਮੈਂਟ ਆਲ ਓਵਰ ਦਾ ਵਰਲਡ ਐਕਸਰਸਾਈਜ਼ ਸਮ ਕੰਟਰੋਲ ਓਵਰ ਦੋਜ਼ ਹੂ ਰਨ ਦਾ ਗਵਰਨਮੈਂਟ। ਫਾਈਨਲੀ ਬੇਟਾ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਹੈ ਜਾਂ ਉਹਦੇ ਮਿਨਿਸਟਰਸ ਹੁੰਦੇ ਨੇ, ਦੇ ਆਰ ਮੈਂਬਰ ਆਫ ਪਾਰਲੀਮੈਂਟ ਐਂਡ ਦੇ ਆਰ ਰਿਸਪੋਂਸੀਬਲ ਇਨ ਫਰੰਟ ਆਫ ਪਾਰਲੀਮੈਂਟ। ਜੋ ਵੀ ਡਿਸੀਜ਼ਨਸ ਮਿਨਿਸਟਰਸ ਲੈ ਰਹੇ ਨੇ, ਪ੍ਰਾਈਮ ਮਿਨਿਸਟਰ ਲੈ ਰਿਹਾ ਹੈ, ਉਹ ਉਹਦੇ ਲਈ ਰਿਸਪੋਂਸੀਬਲ ਹੈ। ਉਹਨਾਂ ਕੋਲੋਂ ਉਹਦੇ ਲਈ ਕੁਐਸਚਨ ਪੁੱਛਿਆ ਜਾ ਸਕਦਾ ਹੈ, ਉਹਨਾਂ ਨੂੰ ਉਸ ਚੀਜ਼ ਦਾ ਆਨਸਰ ਦੇਣਾ ਪਏਗਾ ਕਿ ਜੋ ਵੀ ਡਿਸੀਜ਼ਨਸ ਉਹਨਾਂ ਲਏ ਜਾਂ ਪਾਲਿਸੀ ਬਣਾਈ ਹੈ ਉਹਦਾ ਕੀ ਲੌਜਿਕ ਸੀਗਾ ਜਾਂ ਉਹਦੇ ਲਈ ਕਿਵੇਂ ਉਹ ਰਿਸਪੋਂਸੀਬਲ ਨੇ ਜਾਂ ਕਿਉਂ ਲਿਆ ਗਿਆ ਉਹ ਡਿਸੀਜ਼ਨ। ਠੀਕ ਹੈ, ਸੋ ਰਿਸਪੋਂਸੀਬਲ ਕਿੱਥੇ ਨੇ, ਟੂ ਦਾ ਪਾਰਲੀਮੈਂਟ। ਉਹ ਪਾਰਲੀਮੈਂਟ ਦੇ ਵਿੱਚ ਕੋਈ ਵੀ ਡਿਸੀਜ਼ਨ ਲੈਂਦੇ ਨੇ ਉਹਦੇ ਲਈ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਹੈ ਉਹ ਰਿਸਪੋਂਸੀਬਲ ਨੇ ਪਾਰਲੀਮੈਂਟ ਦੇ ਸਾਹਮਣੇ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਹੈ ਆਪਣਾ ਪਾਰਲੀਮੈਂਟ ਉਹ ਆਪਣੀ ਜਿਹੜੇ ਪ੍ਰਾਈਮ ਮਿਨਿਸਟਰ ਐਂਡ ਉਹਨਾਂ ਦੇ ਜਿਹੜੇ ਮਿਨਿਸਟਰਸ ਨੇ, ਜਿਹੜੇ ਡਿਸੀਜ਼ਨ ਮੇਕਰਸ ਨੇ, ਜਿਹੜੇ ਪਾਲਿਸੀਜ਼ ਬਣਾਉਂਦੇ ਪਏ ਨੇ, ਉਹਨਾਂ ਦੇ ਕੋਲੋਂ ਉਹਨਾਂ ਦੇ ਕੰਟਰੋਲ ਰੱਖਦਾ ਹੈ। ਨੈਕਸਟ ਥਰਡ ਪੁਆਇੰਟ ਕੀ ਹੈ, ਪਾਰਲੀਮੈਂਟ ਕੰਟਰੋਲ all the money that governments have। ਜਿੰਨਾ ਵੀ ਬੱਚੇ ਪੈਸਾ ਸਰਕਾਰ ਕੋਲ ਹੈਗਾ ਹੈ, ਕਿਤੇ ਉਹ ਸਰਕਾਰ ਕੋਲ ਪੈਸਾ ਆ ਰਿਹਾ ਹੈ ਜਾਂ ਸਰਕਾਰ ਕਿਤੇ ਪੈਸਾ ਖਰਚ ਰਹੀ ਹੈ, ਉਹਨੂੰ ਪੈਸੇ ਨੂੰ ਮੈਨੇਜ ਕਰਨ ਦੇ ਲਈ ਗਵਰਨਮੈਂਟ ਨੂੰ ਪਾਰਲੀਮੈਂਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਜਿਹਨੂੰ ਆਪਾਂ ਬਜਟ ਕਹਿੰਦੇ ਹਾਂ। ਠੀਕ ਹੈ, ਔਰ ਇਹ ਸਰਕਾਰ ਸਾਰਾ ਦੱਸਦੀ ਹੈ ਕਿ ਗਵਰਨਮੈਂਟ ਦੇ ਕੋਲ ਕਿੱਥੋਂ ਕਿੰਨਾ ਪੈਸਾ ਆ ਰਿਹਾ ਹੈ ਔਰ ਕਿੱਥੇ ਕਿੰਨਾ ਪੈਸਾ ਜਿਹੜਾ ਖਰਚ ਕੀਤਾ ਜਾਏਗਾ। ਉਹ ਸਾਰੀ ਚੀਜ਼ਾਂ ਦੀ ਪਰਮਿਸ਼ਨ ਜਿਹੜੀ ਹੈ ਉਹ ਕਿੱਥੋਂ ਲਈ ਜਾਂਦੀ ਹੈ, ਪਾਰਲੀਮੈਂਟ ਦੇ ਵਿੱਚ ਬਜਟ ਪੇਸ਼ ਕਰਕੇ ਪਾਰਲੀਮੈਂਟ ਤੋਂ ਉਹ ਜਿਹੜੀ ਪਰਮਿਸ਼ਨ ਹੈ ਉਹਦੀ ਲੈਣੀ ਜ਼ਰੂਰੀ ਹੈ। ਫੋਰਥ ਪੁਆਇੰਟ ਕੀ ਹੈ ਕਿ ਪਾਰਲੀਮੈਂਟ ਜਿਹੜਾ ਹੈ ਉਹ ਹਾਈਐਸਟ ਫੋਰਮ ਹੈ ਫॉर द डिस्कशन। ठीक है, जिन्नी भी डिस्कशनस होंदियां, कोई पब्लिक हैगे ने मैटर्स ने, कोई पॉलिसी बनाई है, कोई डिसीजन लिया जाना है, उन्होंने सब के उत्ते जिहड़े डिस्कशनस ने वो कित्थे कीते जांदे ने, पार्लीमेंट्स। कोई सोशल इशू है, कोई पब्लिक इशू है, उन्होंने सब के उत्ते डिसीजनस जिन्हां ते लिया जाना है उन्हां दी डिस्कशन कित्थे कीती जांदी है, इन द पार्लीमेंट। हर एक तरीके नाल डिस्कस किया जाता, डिबेट्स होंदियां ने। ठीक है, नैशनल पॉलिसी के रिगार्डिंग हर एक चीज़ के उत्ते जिहड़ियां डिबेट्स या डिस्कशनस ने उत्थे कीतियां जांदियां। नैक्सट है बेटा टू हाउसिस ऑफ द पार्लीमेंट। हुण देखो अपना जिहड़े पार्लीमेंट है उहदे विच किन्ने हाउसिस ने, टू हाउसिस ने। ठीक है, हमेशा दो हाउसिस दे विच जिहड़ा है पार्लीमेंट वंडिया हुंदा है। जिहड़ी नैशनल बॉडी है किन्ने हाउसिस ने, दो।
ਇੱਕ ਹਾਊਸ ਜਿਹੜਾ ਕਹਿੰਦੇ ਬੇਟਾ ਕਿ ਵਨ ਹਾਊਸ ਜਿਹੜਾ ਉਹਦੇ ਜਿਹੜੇ ਮੈਂਬਰਸ ਜਿਹੜੇ ਨੇ ਉਹ ਡਾਇਰੈਕਟਲੀ ਲੋਕਾਂ ਦੁਆਰਾ ਚੁਣੇ ਜਾਂਦੇ ਨੇ। ਜਿਵੇਂ ਆਪਾਂ ਐਮਪੀਸ ਨੂੰ ਚੁਣਦੇ ਆ, ਲੋਕ ਸਭਾ ਦੇ ਮੈਂਬਰਸ ਨੂੰ ਚੁਣਦੇ ਆ ਆਪਾਂ ਇਲੈਕਸ਼ਨਸ ਦੇ ਥਰੂ, ਠੀਕ ਹੈ। ਔਰ ਸੈਕਿੰਡ ਹਾਊਸ ਜਿਹੜਾ ਹੈ ਉਹਦੇ ਮੈਂਬਰ ਜਿਹੜੇ ਨੇ ਉਹ ਇਨਡਾਇਰੈਕਟਲੀ ਚੁਣੇ ਜਾਂਦੇ ਨੇ। ਇਨਡਾਇਰੈਕਟਲੀ ਮਤਲਬ ਕਿਵੇਂ ਚੁਣੇ ਜਾਂਦੇ ਨੇ? ਜਿੰਨੀਆਂ ਵੀ ਸਟੇਟਸ ਦੀ ਜਿਹੜੀਆਂ ਲੈਜਿਸਲੇਟਿਵ ਅਸੈਂਬਲੀਜ਼ ਨੇ ਉਹਨਾਂ ਦੇ ਜਿਹੜੇ ਐਮਐਲਏਜ਼ ਨੇ ਉਹ ਆਪਣੀ ਸਟੇਟ ਦੇ ਵਿੱਚੋਂ ਜਿਹੜਾ ਹੈ ਉਹ ਸੈਕਿੰਡ ਹਾਊਸ ਦੇ ਲਈ ਜਿਹੜਾ ਮੈਂਬਰਸ ਨੇ ਉਹਨਾਂ ਨੂੰ ਚੁਣ ਕੇ ਭੇਜਦੇ ਨੇ। ਸੋ ਇਹ ਨਹੀਂ ਹੈ ਬੱਚੇ ਕਿ ਉਹ ਅਪੋਇੰਟ ਕੀਤੇ ਜਾਂਦੇ ਨੇ ਔਰ ਇਲੈਕਟਡ ਨਹੀਂ ਹੁੰਦੇ, ਉਹ ਇਲੈਕਟਡ ਹੁੰਦੇ ਨੇ ਬਟ ਦੇ ਆਰ ਨਾਟ ਡਾਇਰੈਕਟਲੀ ਇਲੈਕਟਡ ਬਾਏ ਦਾ ਪੀਪਲ। ਫਿਰ ਉਹਨਾਂ ਨੂੰ ਕੌਣ ਇਲੈਕਟ ਕਰ ਰਿਹਾ ਹੈ? ਦੇ ਆਰ ਇਲੈਕਟਡ ਬਾਏ ਦਾ ਐਮਐਲਏਜ਼ ਔਰ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼। ਔਰ ਲੈਜਿਸਲੇਟਿਵ ਅਸੈਂਬਲੀਜ਼ ਦੇ ਮੈਂਬਰਸ ਨੂੰ ਵੀ ਕੌਣ ਇਲੈਕਟ ਕਰਦਾ ਹੈ? ਉਹ ਵੀ ਲੋਕਾਂ ਦੁਆਰਾ ਚੁਣੇ ਹੁੰਦੇ ਆ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਅੱਪਰ ਹਾਊਸ ਜਿਹੜਾ ਹੈ ਉਹਦੇ ਮੈਂਬਰਸ ਜਿਹੜੇ ਡਾਇਰੈਕਟਲੀ ਇਲੈਕਟ ਕੀਤੇ ਜਾਂਦੇ ਆ ਔਰ ਜਿਹੜਾ ਲੋਅਰ ਹਾਊਸ ਹੈ ਉਹਦੇ ਮੈਂਬਰਸ ਜਿਹੜੇ ਨੇ ਉਹਨਾਂ ਨੂੰ ਇਨਡਾਇਰੈਕਟਲੀ ਐਮਐਲਏਜ਼ ਜਿਹੜੇ ਸਟੇਟਸ ਦੇ ਨੇ ਉਹ ਉਹਨਾਂ ਨੂੰ ਚੁਣਦੇ ਨੇ। ਕਹਿੰਦੇ ਕਿ ਜਿਹੜਾ ਮੋਸਟ ਕਾਮਨ ਵਰਕ ਫॉर ਦਾ ਸੈਕਿੰਡ ਹਾਊਸ ਇਜ਼ ਟੂ ਲੁੱਕ ਆਫਟਰ ਦਾ ਇੰਟਰਸਟ ਆਫ ਵੇਰੀਅਸ ਸਟੇਟਸ, ਰੀਜਨਸ ਔਰ ਫੈਡਰਲ ਯੂਨਿਟਸ। ਸੋ ਕਹਿੰਦੇ ਕਿ ਜਿਹੜਾ ਸੈਕਿੰਡ ਹਾਊਸ ਆ ਉਹਦਾ ਕੰਮ ਕੀ ਹੈ ਕਿ ਜਿਹੜੀਆਂ ਅਲੱਗ-ਅਲੱਗ ਸਟੇਟਸ ਨੇ, ਅਲੱਗ-ਅਲੱਗ ਏਰੀਆਜ਼ ਨੇ, ਫੈਡਰਲ ਯੂਨਿਟਸ ਯਾਨੀ ਫੈਡਰਲ ਯੂਨਿਟਸ ਕਿਹਨਾਂ ਨੂੰ ਕਿਹਾ ਗਿਆ? ਸਟੇਟਸ ਨੂੰ। ਸੋ ਉਹਨਾਂ ਸਭ ਦਾ ਜਿਹੜਾ ਹੈ ਉਹਨਾਂ ਦੇ ਇੰਟਰਸਟ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨੀ। ਸੋ ਕਿਉਂਕਿ ਉੱਥੋਂ ਜਿਹੜੇ ਮੈਂਬਰਸ ਨੇ ਉਹ ਕਿੱਥੋਂ ਚੁਣ ਕੇ ਆ ਰਹੇ ਨੇ? ਸਟੇਟਸ ਤੋਂ। ਨੈਕਸਟ ਇਜ਼ ਦਾ ਕਹਿੰਦੇ ਆਪਣੇ ਦੇਸ਼ ਵਿੱਚ ਜਿਹੜਾ ਹੈ ਪਾਰਲੀਮੈਂਟ, ਉਹਦੇ ਵਿੱਚ 2 ਹਾਊਸਸ ਕਿਹੜੇ-ਕਿਹੜੇ ਨੇ? ਲੋਕ ਸਭਾ ਐਂਡ ਰਾਜ ਸਭਾ। ਲੋਕ ਸਭਾ ਇਜ਼ ਦਾ ਅੱਪਰ ਹਾਊਸ ਐਂਡ ਰਾਜ ਸਭਾ ਇਜ਼ ਦਾ ਲੋਅਰ ਹਾਊਸ। ਔਰ ਇਹਨਾਂ ਦੇ ਨਾਲ ਹੀ ਬੱਚੇ ਜਿੰਨੇ ਵੀ ਇੱਥੇ ਡਿਸੀਜਨਸ ਵਗੈਰਾ ਲਏ ਜਾਂਦੇ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਪ੍ਰੈਜ਼ੀਡੈਂਟ ਜਿਹੜਾ ਹੈ ਉਹਦੀ ਐਸੈਂਟ ਮਤਲਬ ਉਹਦੀ ਸਹਿਮਤੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਉਸ ਪਾਰਲੀਮੈਂਟ ਦੇ ਵਿੱਚ ਜੋ ਵੀ ਡਿਸੀਜਨਸ ਨੇ ਉਹਨਾਂ, ਕਿਉਂਕਿ ਪ੍ਰੈਜ਼ੀਡੈਂਟ ਇਜ਼ ਆਲਸੋ ਅ ਪਾਰਟ ਆਫ ਪਾਰਲੀਮੈਂਟ, ਠੀਕ ਹੈ। ਪਾਰਲੀਮੈਂਟ ਦਾ ਹੈੱਡ ਕੌਣ ਹੁੰਦਾ ਹੈ? ਪ੍ਰੈਜ਼ੀਡੈਂਟ ਹੁੰਦਾ ਬੱਚੇ, ਠੀਕ ਹੈ। ਉਹੀ ਸੈਸ਼ਨਸ ਬੁਲਾਉਂਦਾ ਹੈ, ਉਹੀ ਸੈਸ਼ਨਸ ਨੂੰ ਖਤਮ ਕਰਦਾ ਹੈ। ਇੰਟਰੋਡਕਟਰੀ ਜਿਹੜੀ ਪਹਿਲੀ ਸਪੀਚ ਦਿੱਤੀ ਜਾਂਦੀ ਹੈ ਉਹ ਵੀ ਪ੍ਰੈਜ਼ੀਡੈਂਟ ਦੁਆਰਾ ਦਿੱਤੀ ਜਾਂਦੀ ਹੈ, ਠੀਕ ਹੈ। ਸੋ ਕੋਈ ਵੀ ਡਿਸੀਜਨਸ ਜਿਹੜੇ ਦੋਨੋਂ ਹਾਊਸਸ ਮਿਲ ਕੇ ਲੈਂਦੇ ਨੇ ਉਹਨਾਂ ਨੂੰ ਮੰਨਿਆ ਕਦੋਂ ਜਾਂਦਾ ਹੈ? ਜਦੋਂ ਪ੍ਰੈਜ਼ੀਡੈਂਟ ਦੇ ਸਾਈਨ ਹੋ ਜਾਂਦੇ ਹੈ, ਠੀਕ ਹੈ। ਨੈਕਸਟ ਇਹ ਹੈ ਕਹਿੰਦੇ ਕਿ ਆਪਾਂ ਅਰਲੀਅਰ ਕਲਾਸਿਸ ਵਿੱਚ ਕੀ ਪੜ੍ਹਿਆ ਹੋਇਆ ਹੈ ਕਿ ਜਿਹੜੀਆਂ ਹੈਗੀਆਂ ਨੇ ਲੋਕ ਸਭਾ ਇਲੈਕਸ਼ਨਸ ਬਾਰੇ ਪੜ੍ਹਿਆ ਹੈ ਆਪਾਂ ਲਾਸਟ ਚੈਪਟਰ ਦੇ ਵਿੱਚ, ਠੀਕ ਹੈ। ਉਹ ਕਹਿੰਦੇ ਚਲੋ ਹੁਣ ਆਪਾਂ ਉਹਨਾਂ ਨੂੰ ਥੋੜ੍ਹਾ ਜਿਹਾ ਰੀਕਾਲ ਕਰਦੇ ਹਾਂ। ਕੀ ਰੀਕਾਲ ਹੈ? ਵਾਟ ਇਜ਼ ਦਾ ਟੋਟਲ ਨੰਬਰ ਆਫ ਮੈਂਬਰਸ? ਕਿੰਨੇ ਮੈਂਬਰਸ ਨੇ ਲੋਕ ਸਭਾ ਦੇ ਵਿੱਚ? 545 ਐਂਡ ਇਨ ਰਾਜ ਸਭਾ 245। ਕੌਣ ਚੁਣਦਾ ਹੈ ਇਹਨਾਂ ਨੂੰ? ਆਮ ਲੋਕ ਚੁਣਦੇ ਨੇ। ਪੀਪਲਸ ਕਾਮਨ ਪੀਪਲਸ ਆਫ ਦਾ ਨੇਸ਼ਨ ਇਲੈਕਟ ਦਾ ਮੈਂਬਰਸ ਫॉर ਦਾ ਲੋਕ ਸਭਾ ਐਂਡ ਐਮਐਲਏਜ਼ ਆਫ ਦਾ ਮੈਂਬਰਸ ਆਫ ਦਾ ਲੈਜਿਸਲੇਟਿਵ ਅਸੈਂਬਲੀਜ਼ ਦੇ ਇਨਡਾਇਰੈਕਟਲੀ ਇਲੈਕਟ ਟੂ ਦਾ ਰਾਜ ਸਭਾ ਮੈਂਬਰਸ। ਨੈਕਸਟ ਕੁਐਸਚਨ ਇਜ਼ ਦਾ ਵਾਟ ਇਜ਼ ਦਾ ਲੈਂਥ ਆਫ ਟਰਮ? ਵੀ ਆਲ ਨੋ ਦੈਟ ਦੇयर इज अ term of 5 years, ठीक है, and for 6 years in Rajya Sabha. Can the house be dissolved or is it permanent? ਜਿਹੜਾ ਲੋਕ ਸਭਾ ਜਿਹੜਾ ਹਾਊਸ ਹੈ ਉਹਨੂੰ ਡਿਸੋਲਵ ਕੀਤਾ ਜਾਂਦਾ ਹੈ ਹਰ 5 ਸਾਲ ਬਾਅਦ ਜਦੋਂ ਨਵੀਂ ਸਰਕਾਰ ਬਣਦੀ ਹੈ ਤਾਂ ਨਵਾਂ ਹਾਊਸ ਜਿਹੜਾ ਉਹ ਆਉਂਦਾ ਹੈ, ਬਣਦਾ ਹੈ, ਠੀਕ ਹੈ। ਬਟ ਜਿਹੜਾ ਰਾਜ ਸਭਾ ਹੈ ਬੇਟਾ ਉਹ ਪਰਮਾਨੈਂਟ ਹਾਊਸ ਹੈ। ਉਹਦੇ 1/3 ਮੈਂਬਰ ਜਿਹੜੇ ਨੇ ਉਹ ਹਰ 2 ਸਾਲ ਬਾਅਦ ਜਿਹੜੇ ਨੇ ਉਹ ਰਿਟਾਇਰ ਹੁੰਦੇ ਨੇ ਔਰ ਉਹ ਤੋਂ ਬਾਅਦ ਉਹ 1/3 ਮੈਂਬਰਸ ਜਿਹੜੇ ਨੇ ਹਰ 2 ਸਾਲ ਬਾਅਦ ਜਿਹੜੇ ਉਹ ਉਹਨਾਂ ਨੂੰ ਇਲੈਕਟ ਕਰ ਲਿਆ ਜਾਂਦਾ ਹੈ ਔਰ ਕਦੀ ਵੀ ਇਹ ਵਾਲਾ ਹਾਊਸ ਜਿਹੜਾ ਹੈ ਉਹ ਡਿਸੋਲਵ ਨਹੀਂ ਹੁੰਦਾ। ਸੋ ਇਹ ਪਰਮਾਨੈਂਟ ਹਾਊਸ ਹੈ ਰਾਜ ਸਭਾ। ਕਹਿੰਦੇ ਕਿ ਜਿਹੜੇ ਦੋਨੋਂ ਹਾਊਸਸ ਨੇ ਇਹਨਾਂ ਵਿੱਚੋਂ ਪਾਵਰਫੁਲ ਕੌਣ ਹੈ ਜ਼ਿਆਦਾ? ਦੈਨ ਬੇਟਾ ਆਪਾਂ ਉੱਦਾਂ ਦੇਖੀਏ ਤਾਂ ਆਪਾਂ ਨੂੰ ਲੱਗੇਗਾ ਕਿ ਰਾਜ ਸਭਾ ਉੱਪਰ ਵਾਲਾ ਹਾਊਸ ਹੈ, ਦੈਨ ਸ਼ਾਇਦ ਇਹ ਜ਼ਿਆਦਾ ਪਾਵਰਫੁਲ ਹੋਏਗਾ, ਬਟ ਨਹੀਂ। ਇਹਨਾਂ ਵਿੱਚ ਜਿਹੜਾ ਲੋਕ ਸਭਾ ਹੈ ਉਹ ਥੋੜ੍ਹਾ ਕਈ ਕੰਟੈਕਸ ਦੇ ਵਿੱਚ ਆਪਾਂ ਨੂੰ ਜ਼ਿਆਦਾ ਪਾਵਰਫੁਲ ਜਿਹੜਾ ਹੈ ਉਹ ਮਿਲਦਾ ਹੈ। ਕਹਿੰਦੇ ਆਪਣੇ ਕੰਸਟੀਟਿਊਸ਼ਨ ਨੇ ਰਾਜ ਸਭਾ ਨੂੰ ਵੀ ਕੁਝ ਸਪੈਸ਼ਲ ਪਾਵਰਸ ਦਿੱਤੀਆਂ ਨੇ, ਠੀਕ ਹੈ। ਔਰ ਬਟ ਅਗਰ ਆਪਾਂ ਲੋਕ ਸਭਾ ਦੀ ਗੱਲ ਕਰੀਏ ਤਾਂ ਲੋਕ ਸਭਾ ਜਿਹੜਾ ਹੈ ਉਹ ਜ਼ਿਆਦਾਤਰ ਮੈਟਰਸ ਦੇ ਵਿੱਚ ਜਿਹੜਾ ਹੈ ਉਹ ਸੁਪੀਰੀਅਰ ਕੰਡੀਸ਼ਨ ਦੇ ਵਿੱਚ ਹੈ, ਜ਼ਿਆਦੀਆਂ ਪਾਵਰਸ ਨੂੰ ਯੂਜ਼ ਕਰਦਾ ਹੈ। ਹੁਣ ਆਪਾਂ ਦੇਖਦੇ ਹਾਂ ਕਿਹੜੇ ਕੰਟੈਕਸਟ ਵਿੱਚ। ਫਸਟ ਵਾਲਾ ਨੂੰ ਦੇਖੋ ਲਿਖਿਆ ਹੋਇਆ ਹੈ ਕਿ ਅਗਰ ਕੋਈ ਆਰਡੀਨਰੀ ਬਿੱਲ ਹੈ ਉਹਨੂੰ ਪਾਸ ਕਰ ਦਿੱਤਾ ਜਾਂਦਾ ਹੈ, ਦੋਵੇਂ ਹਾਊਸਸ ਪਾਸ ਕਰ ਦਿੰਦੇ ਨੇ, ਦੈਨ
ਸੋ ਬੱਚੇ ਇੱਕ ਆਰਡੀਨਰੀ ਜਿਹੜਾ ਬਿੱਲ ਹੈ ਉਹਨੂੰ ਪਾਸ ਹੋਣ ਦੇ ਲਈ ਦੋਨੋਂ ਹਾਊਸਸ ਦਾ ਕਨਸੈਂਟ ਜਿਹੜਾ ਹੈ ਉਹ ਚਾਹੀਦਾ ਹੈ, ਠੀਕ ਹੈ। ਬਟ ਅਗਰ ਸਪੋਜ਼ ਕਰੋ ਕਿ ਅਗਰ ਦੋਨੋਂ ਹਾਊਸਸ ਜਿਹੜੇ ਨੇ ਉਹਨਾਂ ਦੀ ਸਹਿਮਤੀ ਨਹੀਂ ਬਣ ਪਾਉਂਦੀ, ਦੈਨ ਉਹਨਾਂ ਦੇ ਲਈ ਕੀ ਕੀਤਾ ਜਾਂਦਾ ਹੈ ਕਿ ਇੱਕ ਜੁਆਇੰਟ ਸੈਸ਼ਨ ਜਿਹੜਾ ਹੈ ਉਹ ਬੁਲਾਇਆ ਜਾਂਦਾ ਹੈ, ਔਰ ਜੁਆਇੰਟ ਸੈਸ਼ਨ ਦੇ ਵਿੱਚ ਦੋਨੋਂ ਹਾਊਸਸ ਦੇ ਮੈਂਬਰਸ ਜਿਹੜੇ ਨੇ ਉਹ ਬੈਠ ਕੇ ਡਿਸਕਸ ਕਰਦੇ ਨੇ ਔਰ ਉਸ ਤੋਂ ਬਾਅਦ ਡਿਸੀਜਨ ਲਿਆ ਜਾਂਦਾ ਹੈ। ਬਟ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਲੋਕ ਸਭਾ ਹੈ ਉਹਦੇ ਜਿਹੜਾ ਹੈ ਉਹਦੀ ਪਾਵਰਸ ਜ਼ਿਆਦਾ ਨੇ। ਕਿਵੇਂ ਲੋਕ ਸਭਾ ਦੀਆਂ ਪਾਵਰਸ ਜ਼ਿਆਦਾ ਨੇ? ਕਿਉਂਕਿ ਲੋਕ ਸਭਾ ਦੇ ਮੈਂਬਰਸ ਜਿਹੜੇ ਨੇ ਉਹਨਾਂ ਦੀ ਗਿਣਤੀ ਲੋਕ ਸਭਾ ਦੇ ਮੈਂਬਰਸ ਨਾਲੋਂ ਜ਼ਿਆਦਾ ਹੈ। ਸੋ ਇਸ ਕਰਕੇ ਜਿਹੜੇ ਲੋਕ ਸਭਾ ਦੇ ਮੈਂਬਰਸ ਨੇ ਉਹਨਾਂ ਨਾਲੋਂ ਉਹਨਾਂ ਦੀ ਜਿਹੜਾ ਜੋ ਵੀ ਡਿਸੀਜਨ ਹੁੰਦਾ ਹੈ ਉਹੀ ਮੇਨਲੀ ਜਿਹੜਾ ਹੈ ਉਹਨੂੰ ਮੰਨਿਆ ਜਾਂਦਾ ਹੈ ਫਾਈਨਲੀ। ਹਾਂਜੀ ਬੱਚੇ, ਸੈਕਿੰਡ ਪੁਆਇੰਟ ਹੈ ਕਿ ਅਗਰ ਕੋਈ ਸਪੋਜ਼ ਕਰੋ ਕਿ ਅਗਰ ਕੋਈ ਬਜਟ ਹੈ ਜਾਂ ਕੋਈ ਮਨੀ ਬਿੱਲ ਹੈ, ਦੈਨ ਉਹ ਮਨੀ ਬਿੱਲ ਨੂੰ ਜਿਵੇਂ ਲੋਕ ਸਭਾ ਨੇ ਪਾਸ ਕਰ ਦਿੱਤਾ, ਰਾਜ ਸਭਾ ਨੂੰ ਉਹਨੂੰ ਐਜ਼ ਇਟ ਹੀ ਐਕਸੈਪਟ ਕਰਨਾ ਪਏਗਾ। ਰਾਜ ਸਭਾ ਨੂੰ ਰਿਜੈਕਟ ਨਹੀਂ ਕਰ ਸਕਦੀ। ਔਰ ਅਗਰ ਰਾਜ ਸਭਾ ਨੂੰ ਉਹਦੇ ਤੇ ਕੋਈ ਆਬਜੈਕਸ਼ਨਸ ਨੇ, ਦੈਨ ਉਹ ਜ਼ਿਆਦਾ ਤੋਂ ਜ਼ਿਆਦਾ 14 ਡੇਜ਼ ਦੇ ਲਈ ਉਹਨੂੰ ਆਪਣੇ ਕੋਲ ਰੱਖ ਸਕਦੀ ਹੈ। ਅਗਰ ਉਹ ਇਹਦੇ ਤੋਂ ਬਾਅਦ ਵੀ ਕੋਈ ਡਿਸੀਜਨ ਨਹੀਂ ਲੈਂਦੀ, ਦੈਨ ਉਹਨੂੰ ਆਪਣੇ ਆਪ ਹੀ ਪਾਸ ਸਮਝਿਆ ਜਾਂਦਾ ਹੈ। ਔਰ ਅਗਰ ਉਹ ਕੁਝ ਸੁਜੈਸਟ ਕਰਦੀ ਹੈ, ਕੋਈ ਰਿਫਾਰਮਸ ਚਾਹੁੰਦੀ ਹੈ ਉਹਦੇ ਵਿੱਚ, ਦੈਨ ਉਹ ਲੋਕ ਸਭਾ ਦੀ ਮਰਜ਼ੀ ਹੁੰਦੀ ਹੈ ਕਿ ਲੋਕ ਸਭਾ ਨੇ ਉਹਨਾਂ ਚੇਂਜਸ ਨੂੰ ਅਕਸੈਪਟ ਕਰਨਾ ਹੈ ਜਾਂ ਨਹੀਂ ਕਰਨਾ। ਔਰ ਇਹਦੇ ਰਿਗਾਰਡਿੰਗ ਜਿਹੜੀ ਫੁੱਲੀ ਪਾਵਰਸ ਜਿਹੜੀਆਂ ਨੇ ਉਹ ਲੋਕ ਸਭਾ ਨੂੰ ਮਿਲੀਆਂ ਹੋਈਆਂ ਨੇ। ਥਰਡ ਪੁਆਇੰਟ ਅਗਰ ਆਪਾਂ ਦੇਖਦੇ ਹਾਂ, ਦੈਟ ਇਜ਼ ਅਬਾਊਟ ਦਾ ਕਾਊਂਸਲ ਆਫ ਮਿਨਿਸਟਰਸ। ਮੋਸਟ ਆਫ ਦਾ ਮਿਨਿਸਟਰਸ ਬੇਟਾ ਜਿਹੜੇ ਹੁੰਦੇ ਆ ਉਹ ਵੀ ਲੋਕ ਸਭਾ ਤੋਂ ਹੁੰਦੇ ਆ। ਔਰ ਅਗਰ ਆਪਾਂ ਮਿਨਿਸਟਰਸ ਦੀ ਜਾਂ ਗਵਰਨਮੈਂਟ ਦੀ ਗੱਲ ਕਰਦੇ ਹਾਂ ਤਾਂ ਬੇਟਾ ਗਵਰਨਮੈਂਟ ਉਦੋਂ ਤੱਕ ਹੀ ਰਹਿ ਸਕਦੀ ਹੈ, ਗਵਰਨਮੈਂਟ ਉਦੋਂ ਤੱਕ ਚੱਲ ਸਕਦੀ ਹੈ ਜਦੋਂ ਤੱਕ ਲੋਕ ਸਭਾ ਦੇ ਵਿੱਚੋਂ ਕਿਸੇ ਪੋਲੀਟੀਕਲ ਪਾਰਟੀ ਦੇ ਕੋਲ ਮੈਜੋਰਟੀ ਹੈ। ਅਗਰ ਕਿਸੇ ਪਾਰਟੀ ਦੇ ਕੋਲ ਰਾਜ ਸਭਾ 'ਚ ਮੈਜੋਰਟੀ ਹੈ ਬਟ ਲੋਕ ਸਭਾ 'ਚ ਨਹੀਂ, ਦੈਨ ਉਹ ਵਾਲੀ ਗਵਰਨਮੈਂਟ ਨਹੀਂ ਰਹਿ ਸਕਦੀ, ਉਹ ਗਵਰਨਮੈਂਟ ਉਸੇ ਵੇਲੇ ਖਤਮ ਹੋ ਜਾਏਗੀ, ਠੀਕ ਹੈ। ਸੋ ਮੈਜੋਰਟੀ ਦੀ ਜ਼ਿਆਦਾ ਜ਼ਰੂਰਤ ਕਿੱਥੇ ਹੈ? ਲੋਕ ਸਭਾ ਦੇ ਵਿੱਚ। ਰਾਜ ਸਭਾ ਦੇ ਵਿੱਚ ਮੈਜੋਰਟੀ ਗਵਰਨਮੈਂਟ ਦੀ ਹੈਗੀ ਜਾਂ ਨਹੀਂ ਹੈਗੀ, ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਇਸ ਕੰਟੈਕਸਟ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਜਿਹੜਾ ਲੋਕ ਸਭਾ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ। ਔਰ ਮੋਸਟ ਆਫ ਦਾ ਟਾਈਮ ਜਿਹੜਾ ਪ੍ਰਾਈਮ ਮਿਨਿਸਟਰ ਹੁੰਦੇ ਨੇ ਉਹ ਵੀ ਕੀ ਹੁੰਦੇ ਨੇ? ਲੋਕ ਸਭਾ ਦੇ ਮੈਂਬਰਸ ਹੁੰਦੇ ਨੇ, ਜਾਂ ਮਿਨਿਸਟਰਸ ਵੀ ਜ਼ਿਆਦਾਤਰ ਕਿਹਦੇ ਮੈਂਬਰਸ ਹੁੰਦੇ ਨੇ? ਲੋਕ ਸਭਾ ਦੇ ਮੈਂਬਰਸ ਹੁੰਦੇ ਨੇ, ਠੀਕ ਹੈ। ਔਰ ਅਗਰ ਲੋਕ ਸਭਾ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉਹਨੂੰ ਪਾਸ ਕਰ ਦਿੱਤਾ ਜਾਂਦਾ ਹੈ ਕਿ ਗਵਰਨਮੈਂਟ ਦੇ ਕੋਲ ਪੂਰਾ ਕੌਨਫੀਡੈਂਸ ਨਹੀਂ ਹੈਗਾ, ਮੈਜੋਰਟੀ ਨਹੀਂ ਹੈਗਾ, ਦੈਨ ਫਿਰ ਭਾਵੇਂ ਉਹਨਾਂ ਕੋਲ ਰਾਜ ਸਭਾ ਦੇ ਵਿੱਚ ਕਿੰਨੀਆਂ ਵੀ ਸੀਟਸ ਹੋਣ, ਦੈਨ ਉਹਦੀ ਮੈਜੋਰਟੀ ਦਾ ਕੋਈ ਵੈਲਿਊ ਨਹੀਂ ਹੈ ਅਗਰ ਉਹਨਾਂ ਕੋਲ ਲੋਕ ਸਭਾ ਦੇ ਵਿੱਚ ਮੈਜੋਰਟੀ ਨਹੀਂ ਹੈ। ਸੋ ਇਸ ਤਰੀਕੇ ਨਾਲ ਆਪਾਂ ਦੇਖਦੇ ਕਿ ਜਿਹੜੀ ਲੋਕ ਸਭਾ ਜਿਹੜੀ ਹੈ ਉਹਦੀ ਮੈਂਬਰਸ਼ਿਪ ਜਾਂ ਉਹਦੇ ਵਿੱਚ ਜਿਹੜੀ ਮੈਜੋਰਟੀ ਉਹ ਜ਼ਿਆਦਾ ਇੰਪੋਰਟੈਂਟ ਹੈ। ਥੈਂਕ ਯੂ।